ਪਾਸੇ ਰਾਮ ਰਹੀਮ ਜਿਹਦੇ ਕਰਕੇ ਪੰਜਾਬ ਨੂੰ ਬਹੁਤ ਵੱਡਾ ਖਤਰਾ ਜਿਹੜਾ ਉਪਜਿਆ ਸੀਗਾ। ਪੰਜਾਬ ਇੰਨੀ ਅੱਗ ਦੀ ਭੱਠੀ ਦੇ ਵਿੱਚ ਬਲਿਆ, ਉਹਦੇ ਲਈ ਕਾਨੂੰਨ ਵੱਖਰਾ ਹੈ। ਜਿਹੜੇ ਬੰਦੇ ਨੇ ਮਾਹੌਲ ਖਰਾਬ ਕੀਤਾ ਉਹਨੂੰ ਤੁਸੀਂ ਸਿਕਿਉਰਿਟੀ ਵੀ ਦਿੰਦੇ ਹੋ, ਉਹਨੂੰ ਤੁਸੀਂ ਪ੍ਰਮੋਟ ਵੀ ਕਰ ਰਹੇ ਹੋ, ਉਹਦਾ ਟੌਰ ਟੱਪਾ ਵੀ ਬਣ ਰਿਹਾ, ਉਹ ਬਾਹਰ ਫਿਲਮਾਂ ਦੀਆਂ ਸ਼ੂਟਿੰਗਾਂ ਵੀ ਕਰ ਰਿਹਾ ਕਿ ਤੁਮ ਕਰੋ ਤੋ ਰਾਸ ਲੀਲਾ ਹਮ ਕਰੇ ਤੋ ਕਰੈਕਟਰ ਢੀਲਾ। ਪੁੱਛਣਾ ਚਾਹੁੰਦਾ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ, ਦੇਸ਼ ਦੇ PM ਤੇ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ, ਕੀ ਸਾਡੇ ਦੇਸ਼ ਦਾ ਸਿਸਟਮ, ਸਾਡੀਆਂ ਸਿਕਿਉਰਿਟੀ ਏਜੰਸੀਜ਼, ਸਾਡੀਆਂ ਬਾਕੀ ਏਜੰਸੀਜ਼ ਇੰਨੀਆਂ ਜ਼ਿਆਦਾ ਕਮਜ਼ੋਰ ਨੇ ਕਿ ਉਹ ਬਾਹਰ ਆ ਕੇ ਫਿਰ ਕੋਈ ਇਹੋ ਜਿਹਾ ਕੰਮ ਕਰਨਗੇ ਤੇ ਉਹਨਾਂ ਨੂੰ ਦੁਬਾਰਾ ਫੜਿਆ ਨਹੀਂ ਜਾ ਸਕਦਾ। ਤਾਂ ਵੱਡਾ ਗਦਾਰ, ਜਿੱਡੀ ਵੱਡੀ ਗਦਾਰੀ ਤੇ ਔਡੇ ਵੱਡੇ ਉਹਨੇ ਵੱਡੇ ਅਹੁਦੇ ਦੇ ਕੇ ਉਹਨਾਂ ਨੂੰ ਨਵਾਜਿਆ ਗਿਆ। ਆਪਣੀ ਅਕਾਲੀ ਦਲ ਦੇ ਪ੍ਰਧਾਨ ਸਾਰ ਸੁਖਬੀਰ ਸਿੰਘ ਬਾਦਲ ਵੀ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਉਹ ਮੰਗ ਰਹੇ ਨੇ। ਮੈਂ ਬਾਦਲਾਂ ਨੂੰ ਪੁੱਛਣਾ ਚਾਹੁੰਦਾ, ਤੁਸੀਂ ਰਿਹਾਈ ਬੰਦੀ ਸਿੱਖਾਂ ਦੀ ਬਾਅਦ ਚੋਂ ਮੰਗ ਲਿਓ, ਬਾਣੀ ਨੂੰ ਕਦੋਂ ਰਿਹਾ ਕਰੋਗੇ ਜਿਹੜੀ ਗੁਰਬਾਣੀ ਦੇ ਉੱਤੇ ਤੁਸੀਂ ਕਬਜ਼ਾ ਕੀਤਾ ਆ? 328 ਸਰੂਪ ਜਿਹੜੇ ਤੁਹਾਡੀ ਦੇਖ ਰੇਖ ਦੇ ਵਿੱਚ ਚੋਰੀ ਹੋਏ ਤੇ ਲੋਕਾਂ ਨੂੰ ਦਿੱਤੇ ਗਏ, ਉਹ ਪਤਾ ਨਹੀਂ ਕਿਹੜੇ ਲੋਕਾਂ ਕੋਲ ਨੇ, ਕਦੋਂ ਘਟਨਾਵਾਂ ਫਿਰ ਵਾਪਰ ਸਕਦੀਆਂ ਨੇ। ਜੀਤ ਸਿੰਘ ਬਿੱਟੂ ਨੇ, ਮੈਂ ਉਹਨਾਂ ਨੂੰ ਕੋਈ ਲਫ਼ਜ਼ ਮਾੜੇ, ਉਹਨਾਂ ਦੇ ਦਿਲ ਦਿਖਾਉਣ ਵਾਲੇ ਨਹੀਂ ਬੋਲਣੇ ਚਾਹੁੰਦਾ। ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਦਾਦਾ ਜੀ ਦੀ ਮੌਤ ਦਾ ਦੁੱਖ ਹੈ, ਤੁਹਾਡੇ ਦਾਦਾ ਜੀ ਕਰਕੇ ਸੰਵਿਧਾਨ ਨੇ, ਲੋਕਾਂ ਦੀ ਹਮਦਰਦੀ ਨੇ ਤੁਹਾਡੇ ਤਾਇਆ ਜੀ ਨੂੰ ਮੰਤਰੀ ਬਣਾਇਆ, ਤੁਹਾਡੇ ਭੂਆ ਜੀ ਨੂੰ ਮੰਤਰੀ ਬਣਾਇਆ, ਤੁਹਾਡੇ ਦਾਦੀ ਜੀ ਨੂੰ ਕੈਬਨਿਟ ਦਾ ਰੈਂਕ ਦਿੱਤਾ ਗਿਆ, ਤੁਹਾਡਾ ਭਰਾ MLA ਬਣਿਆ, ਇੱਕ ਭਰਾ ਤੁਹਾਡਾ PPS DSP ਕੇ SP ਹੈ, ਤੁਸੀਂ ਕਈ ਵਾਰੀ MP ਬਣੇ, ਹੋਰ ਵੀ ਬਹੁਤ ਸਾਰੇ ਲੋਕਾਂ ਦਾ ਘਾਣ ਹੋਇਆ ਸੀ, ਨੁਕਸਾਨ ਹੋਇਆ ਸੀਗਾ। ਗਵਰਨਰ ਨੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਤੁਹਾਨੂੰ ਪਤਾ ਕੀ ਪੁੱਛਦਾ ਕਿ ਇਤਨਾ ਚੁਭਨੇ ਲਗਾ ਹੂੰ ਸਭ ਕੋ ਛੁਰਾ तो नहीं हूं, जानी तुम जितना बताते हो मेरे बारे में उतना बुरा तो नहीं हूं। ਹੁਣ ਮੈਂ ਗੱਲ ਕਰ ਲੱਗਾ ਕਿ ਬੰਦੇ ਰਿਹਾ ਕਿਉਂ ਨਹੀਂ ਹੋ ਰਹੇ। ਜੋ ਉਹਨਾਂ ਨੇ ਕੀਤਾ ਮੈਂ ਉਹਦੇ ਨਾਲ ਸਹਿਮਤ ਨਹੀਂ। ਜੋ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਸੀਗੀਆਂ, ਜੋ ਉਸ ਟਾਈਮ ਤੇ ਕਤਲ ਦੀਆਂ ਸਜ਼ਾਵਾਂ ਸੀਗੀਆਂ, ਜਾਂ ਫਾਂਸੀ ਤੇ ਜਾਂ ਜਿਹੜਾ ਉਮਰ ਕੈਦ ਜਿਹਨੂੰ 10-15 ਸਾਲ ਦੀ ਕੈਦ ਕਹਿੰਦੇ ਸੀ, ਉਹ ਡਬਲ ਟ੍ਰਿਪਲ ਉਹਨਾਂ ਲੋਕਾਂ ਨੇ ਜਿਹੜੀ ਕੈਦ ਕੱਟ ਲਈ। ਫਿਰ ਉਸ ਤੋਂ ਬਾਅਦ ਉਹ ਰਿਹਾ ਕਿਉਂ ਨਹੀਂ ਕੀਤੇ ਜਾ ਰਹੇ? ਇਹ ਸਿੱਧਾ ਮਨੁੱਖੀ ਅਧਿਕਾਰਾਂ ਦਾ, ਆਜ਼ਾਦੀ ਦਾ ਘਾਣ ਆ। ਇਹ ਤੇ ਦੇਸ਼ 'ਚ ਕੋਈ ਕਾਨੂੰਨ ਨਹੀਂ ਨਾ ਹੋਣਾ ਚਾਹੀਦਾ ਕਿ ਕੋਈ ਰੇਹੜੀ ਵਾਲਾ ਮਰੇ ਤੇ ਉਹਨੂੰ ਜਿਹੜੀ ਸਜ਼ਾ ਜਦੋਂ ਬੰਦੇ ਨੂੰ ਮਾਰਨ ਵਾਲੇ ਨੂੰ ਉਮਰ ਕੈਦ ਦੀ ਮਿਲਦੀ ਹੈ, ਉਹ 10-15 ਸਾਲਾਂ ਦੇ ਵਿੱਚ ਛੁੱਟੀਆਂ ਪਾ ਕੇ 8 ਸਾਲਾਂ ਦੇ ਵਿੱਚ ਬਾਹਰ ਆ ਜੇ। ਤੇ ਜੇ ਕੋਈ VIP ਮਰਦਾ ਤੇ ਉਹਦੇ ਬਦਲੇ ਉਹਨੂੰ ਸਾਰੀ ਉਮਰ ਹੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਵੇ। ਜਾਨ ਤੇ ਇੱਕੋ ਜੀ ਹੈ, ਜਾਨ ਤੇ ਇੱਕੋ ਜਿੰਨੀ ਕੀਮਤੀ ਹੈ। ਫਿਰ ਇਹ ਦੋਹਰਾ ਮਾਪਦੰਡ ਕਿਉਂ ਤੇ ਬਹਾਨਾ ਕੀ ਬਣਾਇਆ ਜਾ ਰਿਹਾ ਕਿ ਇਹ ਲੋਕ ਬਾਹਰ ਆ ਕੇ ਸਮਾਜ ਦੇ ਵਿੱਚ ਕੋਈ ਖਰਾਬ ਕੰਮ ਕਰ ਸਕਦੇ ਨੇ, ਕੋਈ ਅਮਨ ਮਾਨ ਭੰਗ ਕਰ ਸਕਦੇ ਨੇ? ਇਹ ਦੋਹਰਾ ਮਾਪਦੰਡ ਕਿਉਂ ਹੈ? ਇੱਕ ਪਾਸੇ ਰਾਮ ਰਹੀਮ ਜਿਹਦੇ ਕਰਕੇ ਪੰਜਾਬ ਨੂੰ ਬਹੁਤ ਵੱਡਾ ਖਤਰਾ ਜਿਹੜਾ ਉਪਜਿਆ ਸੀਗਾ। ਪੰਜਾਬ ਇੰਨੀ ਅੱਗ ਦੀ ਭੱਠੀ ਦੇ ਵਿੱਚ ਬਲਿਆ, ਉਹਦੇ ਲਈ ਕਾਨੂੰਨ ਵੱਖਰਾ ਹੈ। ਜਿੰਨੇ ਸਾਰਾ ਪੰਜਾਬ ਦਾ ਮਾਹੌਲ ਪਿਛਲੇ ਦਿਨਾਂ ਦੇ ਵਿੱਚ ਖਰਾਬ ਕੀਤਾ, ਪਿਛਲੇ ਸਾਲਾਂ ਦੇ ਵਿੱਚ, ਉਹਨੂੰ ਉਹਦੇ ਕਰੈਕਟਰ ਕਰਕੇ ਜੇਲ੍ਹ ਹੋਈ ਸੀ ਕਿ ਉਹ ਬੰਦਿਆਂ ਨੂੰ ਨਪੁੰਸਕ ਬਣਾਉਂਦਾ, ਬੱਚੀਆਂ ਦੇ ਬਲਾਤਕਾਰ ਦੇ ਵਿੱਚ, ਉਹਨਾਂ ਦੇ ਲੋਕਾਂ ਦੇ ਕਤਲ ਦੇ ਵਿੱਚ ਉਹਨੂੰ ਜਿਹੜੀ ਸਜ਼ਾ ਸੁਣਾਈ ਗਈ ਸੀ, ਉਹਨੂੰ ਬਾਰ-ਬਾਰ ਬੇਲ ਦੇ ਉੱਤੇ ਬਾਹਰ ਲਿਆਂਦਾ ਜਾਂਦਾ ਹੈ। ਜਿਹੜੇ ਕਰੈਕਟਰ ਕਰਕੇ ਉਹਨੂੰ ਜੇਲ੍ਹ ਹੋਈ, ਜਿਹੜੀਆਂ ਘਟਨਾਵਾਂ ਕਰਕੇ ਬਾਹਰ ਆ ਕੇ ਵੀ ਉਹ ਕੰਮ ਕਰਦਾ। ਤੁਸੀਂ ਉਹਦੇ ਸਮਾਗਮ ਵੇਖੋ, ਉਹਦੇ ਸਤਸੰਗ ਵੇਖੋ, ਜਿਹਦੇ ਵਿੱਚ ਬੱਚੀਆਂ ਉਹਨੂੰ ਫਲਾਈਂਗ ਕਿਸ ਕਰਦੀਆਂ, ਉਹ ਗਾੜੀਆਂ ਕਰਦਾ, ਬਾਹਰ ਆ ਕੇ ਉਹ ਗਾਣੇ ਕੱਢ ਰਿਹਾ, ਕਦੀ ਕਿਰਪਾਨ ਦੇ ਨਾਲ ਉਹ ਕੇਕ ਕੱਢ ਰਿਹਾ, ਜਿੱਥੋਂ ਐਡਾ ਵੱਡਾ ਮਾਹੌਲ ਵਿਗੜਿਆ ਸੀਗਾ ਕਿ ਜਦੋਂ ਗੁਰੂ ਸਾਹਿਬ ਦਾ ਬਾਣਾ ਉਹਨੇ ਪਾਇਆ ਸੀਗਾ। ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿੰਨਾ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਪ੍ਰਮੋਟ ਕਰ ਰਹੀ ਹੈ, ਮੈਂ ਤੁਹਾਨੂੰ ਅਗਲੀ ਭਵਿੱਖਬਾਣੀ ਕਰ ਦਿੰਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕਲੇਸ਼ ਹੋਇਆ ਹੀ ਲੋ। ਜਿਹੜੇ ਬੰਦੇ ਨੇ ਮਾਹੌਲ ਖਰਾਬ ਕੀਤਾ ਉਹਨੂੰ ਤੁਸੀਂ ਸਿਕਿਉਰਿਟੀ ਵੀ ਦਿੰਦੇ ਹੋ, ਉਹਨੂੰ ਤੁਸੀਂ ਪ੍ਰਮੋਟ ਵੀ ਕਰ ਰਹੇ ਹੋ, ਉਹਦਾ ਟੌਰ ਟੱਪਾ ਵੀ ਬਣ ਰਿਹਾ, ਉਹ ਬਾਹਰ ਫਿਲਮਾਂ ਦੀਆਂ ਸ਼ੂਟਿੰਗਾਂ ਵੀ ਕਰ ਰਿਹਾ ਕਿ ਤੁਮ ਕਰੋ ਤੋ ਰਾਸ ਲੀਲਾ ਹਮ ਕਰੇ ਤੋ ਕਰੈਕਟਰ ਢੀਲਾ। ਤੇ ਇਧਰ ਪੰਜਾਬ ਵਾਲੇ 25 ਸਾਲ ਤੋਂ ਬੰਦ ਨੇ ਜੇਲ੍ਹਾਂ ਦੇ ਵਿੱਚ, ਉਹਨਾਂ ਦੀ ਕੋਈ ਸ਼ਿਕਾਇਤ ਨਹੀਂ। ਉਹਨਾਂ ਦਾ ਬਿਹੇਵੀਅਰ ਜਿਹੜਾ ਵਰਤਾਓ ਆ ਉਹਨੂੰ ਕਾਊਂਟ ਨਹੀਂ ਕੀਤਾ ਜਾ ਰਿਹਾ, ਨਾ ਕੋ ਉਹਨਾਂ ਨੂੰ ਛੁੱਟੀ ਤੇ ਨਾ ਹੀ ਉਹਨਾਂ ਦਾ ਜਿਹੜਾ ਬਿਹੇਵੀਅਰ ਕਾਊਂਟ ਕਰਕੇ ਉਹਨਾਂ ਦੀਆਂ ਜਿਹੜੀਆਂ ਬਾਕੀ ਸਜ਼ਾਵਾਂ ਭੁਗਤ ਚੁੱਕੇ ਨੇ। ਮੈਂ ਤਾਂ ਕਹਿੰਦਾ ਨਹੀਂ ਬਾਕੀ ਸਜ਼ਾਵਾਂ ਉਹਨਾਂ ਦੀਆਂ ਮਾਫ ਕੀਤੀਆਂ ਜਾਣ, ਉਹ ਜਿਹੜੀਆਂ ਸਜ਼ਾਵਾਂ ਭੁਗਤ ਚੁੱਕੇ ਆ ਉਹਨਾਂ ਨੂੰ ਬਾਹਰ ਹੀ ਨਹੀਂ ਕੱਢਿਆ ਜਾ ਰਿਹਾ। ਸਿਰਫ ਅੰਦਾਜ਼ੇ ਨਾਲ, ਖਿਆਲਾਂ ਨਾਲ, ਇੰਟਰਨਲ ਰਿਪੋਰਟਾਂ ਨਾਲ ਕਿ ਬਾਹਰ ਆ ਕੇ ਮਾਹੌਲ ਖਰਾਬ ਕਰ ਸਕਦੇ ਆ, ਖਿਆਲਾਂ ਨਾਲ ਕਿਸੇ ਨੂੰ ਕੈਦ ਨਹੀਂ ਕੀਤੀ ਜਾ ਸਕਦੀ। ਅੱਜ ਮੈਨੂੰ ਲੱਗੇ ਕਿ ਫਲਾਣੇ ਬੰਦੇ ਨੇ, ਆ ਬੰਦਾ ਜਿਹੜਾ ਮੇਰੀ ਵੀਡੀਓ ਬਣਾਉਂਦਾ ਇਹਨੇ ਮੈਨੂੰ ਮਾਰ ਦੇਣਾ ਵਾ, ਮੈਨੂੰ ਖਿਆਲ ਆ ਜੇ ਤੇ ਇਹਦੇ ਬਦਲੇ ਇਹਨੂੰ ਕੈਦ ਥੋੜੀ ਕੀਤਾ ਜਾ ਸਕਦਾ। ਦੂਜੀ ਚੀਜ਼,
ਸਾਡੇ ਦੇਸ਼ ਦਾ ਮੈਂ ਪੁੱਛਣਾ ਚਾਹੁੰਦਾ, ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੂੰ, ਦੇਸ਼ ਦੇ PM ਤੇ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ, ਕੀ ਸਾਡੇ ਦੇਸ਼ ਦਾ ਸਿਸਟਮ, ਸਾਡੀਆਂ ਸਿਕਿਉਰਿਟੀ ਏਜੰਸੀਜ਼, ਸਾਡੀਆਂ ਬਾਕੀ ਏਜੰਸੀਜ਼ ਇੰਨੀਆਂ ਜ਼ਿਆਦਾ ਕਮਜ਼ੋਰ ਨੇ ਕਿ ਉਹ ਬਾਹਰ ਆ ਕੇ ਫਿਰ ਕੋਈ ਇਹੋ ਜਿਹਾ ਕੰਮ ਕਰਨਗੇ ਤੇ ਉਹਨਾਂ ਨੂੰ ਦੁਬਾਰਾ ਫੜਿਆ ਨਹੀਂ ਜਾ ਸਕਦਾ? ਇੱਕ ਪਾਸੇ ਤੇ ਆਪਾਂ ਗੱਲਾਂ ਕਰਦੇ ਆ ਚੀਨ ਨੂੰ ਡਰਾਉਣ ਦੀਆਂ, ਤੇ ਇੱਕ ਪਾਸੇ ਇੰਨਾ ਹੀ 10-15 ਲੋਕਾਂ ਕੋਲੋਂ ਆਪਾਂ ਡਰੀ ਜਾਂਦੇ ਆ। ਫਿਰ ਸੱਚਾਈ ਕੀ ਆ ਦੇਸ਼ ਦੇ ਵਿੱਚ? ਦੂਜੇ ਪਾਸੇ ਜਿਹੜੇ ਕੰਮਾਂ ਦੇ ਵਿੱਚ ਇਹ ਅੰਦਰ ਨੇ, ਕਈ ਪੁਲਿਸ ਵਾਲਿਆਂ ਨੇ ਵੀ ਬੇਵਜ੍ਹਾ ਜਿਹੜੇ ਕਤਲ ਆਪਣੀਆਂ ਨਿੱਜੀ ਰੰਜਿਸ਼ਾਂ ਦੇ ਨਾਲ ਕੀਤੇ ਜਾਂ ਪੈਸੇ ਲੈ ਕੇ ਕੀਤੇ। ਮੈਂ ਨਹੀਂ ਕਹਿੰਦਾ ਸਾਰੀ ਪੁਲਿਸ ਮਾੜੀ ਆ, ਪੰਜਾਬ ਦਾ ਮਾਹੌਲ ਠੀਕ ਕੀਤਾ ਜਾਂ ਮਤਲਬ ਉਹਨਾਂ ਦੀਆਂ ਵੀ ਕਈ ਜਿਹੜੀਆਂ ਜਾਨਾਂ ਗਈਆਂ, ਪਰ ਕਈ ਲੋਕਾਂ ਨੇ ਗਲਤ ਕੰਮ ਵੀ ਕੀਤੇ ਜਿਨ੍ਹਾਂ ਕਰਕੇ ਉਹਨਾਂ ਨੂੰ ਜੇਲ੍ਹ ਵੀ ਹੋਈ, ਉਹ ਸਜ਼ਾ ਵੀ ਭੁਗਤ ਕੇ ਬਾਹਰ ਆ ਜਾਂਦੇ ਆ, ਉਹ ਛੁੱਟੀ ਦੇ ਉੱਤੇ ਵੀ ਬਾਹਰ ਆ ਜਾਂਦੇ ਆ। ਫਿਰ ਇਹ 25 ਸਾਲ ਤੋਂ ਬਾਹਰ ਕਿਉਂ ਨਹੀਂ ਆ ਰਹੇ? ਦੇਸ਼ ਦੇ ਵਿੱਚ ਦੋਹਰਾ ਕਾਨੂੰਨ ਕਿਉਂ ਹੈ? ਕਿ ਖਾਸ ਕਰਕੇ ਦੇਸ਼ ਨਹੀਂ, ਖਾਸ ਕਰਕੇ ਪੰਜਾਬ ਦੇ ਵਿੱਚ ਕਈ ਬੰਦੇ ਬਾਹਰ ਆਏ ਜਿਨ੍ਹਾਂ ਦੀਆਂ ਮਿਸਾਲਾਂ ਨੇ। ਭਾਈ ਰਣਜੀਤ ਸਿੰਘ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦੇ ਸੀਗੇ, ਉਹ ਵੀ ਬਾਹਰ ਆਏ। ਉਹਨਾਂ ਦੇ ਨਾਲ ਇੱਕ ਵਸਣ ਸਿੰਘ ਜਫਰਵਾਲ ਸੀਗੇ, ਉਹ ਵੀ ਬਾਹਰ ਆਏ। ਕੀ ਉਹ ਮਾੜਾ ਕੰਮ ਕਰ ਰਹੇ ਨੇ? ਕੀ ਉਹਨਾਂ ਦਾ ਤੁਸੀਂ ਮਾੜਾ ਵੇਖ ਲਿਆ? ਭਾਈ ਰਣਜੀਤ ਸਿੰਘ ਤੇ ਸਗੋਂ ਸਿੱਖ ਕੌਮ ਪ੍ਰਤੀ, ਸਿੱਖ ਜਿਹੜੀਆਂ ਕ੍ਰਿਤੀਆਂ ਕਰਦੇ ਨੇ ਉਹਨਾਂ ਦੇ ਪ੍ਰਤੀ ਉਹ ਲੋਕਾਂ ਨੂੰ ਜਾਗਰੂਕ ਕਰਦੇ ਨੇ। ਤੇ ਕਈ ਜਿਨ੍ਹਾਂ ਨੇ ਲੁੱਟਾਂ ਖੋਹਾਂ ਕੀਤੀਆਂ ਪੰਥ ਦੇ ਨਾਂ ਦੇ ਉੱਤੇ, ਉਦੋਂ ਪੰਥ ਦਾ ਜਾਂ ਆਗੂਆਂ ਦਾ ਨਾਂ ਵਰਤਿਆ, ਉਹਨਾਂ ਦੇ ਵਿੱਚੋਂ ਤੇ ਕਈ MLA ਤੇ ਮੰਤਰੀ ਵੀ ਬਣ ਗਏ ਕਿ ਕਈਆਂ ਨੇ ਪੰਥ ਕੇਂਦਰ ਕੋਲ ਹੀ ਗਹਿਣੇ ਰੱਖਿਆ 70 ਸਾਲਾਂ ਤੋਂ, ਉਹ ਲੋਕ ਤੇ ਇੱਥੇ ਮੁੱਖ ਮੰਤਰੀ ਵੀ ਬਣੇ ਵੀ। ਸੋ ਜਿੰਨਾ ਵੱਡਾ ਗਦਾਰ, ਜਿੱਡੀ ਵੱਡੀ ਗਦਾਰੀ ਤੇ ਔਡੇ ਵੱਡੇ ਉਹਨੇ ਵੱਡੇ ਅਹੁਦੇ ਦੇ ਕੇ ਉਹਨਾਂ ਨੂੰ ਨਵਾਜਿਆ ਗਿਆ। ਉਹਨਾਂ ਲੋਕਾਂ ਲਈ ਮੈਂ ਕਹਿਣਾ ਚਾਹੁੰਦਾ, ਤੇ ਮੈਂ ਲੋਕਾਂ ਨੂੰ ਵੀ ਇਹ ਕਹਿਣਾ ਚਾਹੁੰਦਾ कि गजब नहीं जो तुक्का भी तीर हो जाए, फटे जो दूध तो वो पनीर हो जाए, मवालियों को ना देखा करो हिकारत से, ना जाने कौन सा गुंडा कब वजीर हो जाए। मतलब वो लोग मुख्यमंत्री भी बनते ने। मैनू मुख्यमंत्री तो याद आया सार ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਰ ਸੁਖਬੀਰ ਸਿੰਘ ਬਾਦਲ ਵੀ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਉਹ ਮੰਗ ਰਹੇ ਨੇ। ਮੈਂ ਬਾਦਲਾਂ ਨੂੰ ਪੁੱਛਣਾ ਚਾਹੁੰਦਾ, ਤੁਸੀਂ ਰਿਹਾਈ ਬੰਦੀ ਸਿੱਖਾਂ ਦੀ ਬਾਅਦ ਚੋਂ ਮੰਗ ਲਿਓ। ਤੁਸੀਂ ਉੱਥੇ ਮੋਰਚੇ ਤੇ ਤੁਹਾਡੇ ਪ੍ਰਧਾਨ ਜੀ ਗਏ, ਉਹਨਾਂ ਨਾਲ ਜੋ ਸਲੂਕ ਹੋਇਆ ਮੈਂ ਉਹਨੂੰ ਕੋਈ ਚੰਗਾ ਨਹੀਂ ਕਹਿੰਦਾ, ਉਹ ਮਾੜਾ ਕਰਮ ਸੀਗਾ। ਪਰ ਤੁਹਾਨੂੰ ਲੋਕਾਂ ਨੂੰ ਉੱਥੇ ਜਾਣਾ ਚਾਹੀਦਾ, ਮੋਰਚੇ ਵਾਲਿਆਂ ਨੂੰ ਵੀ ਤੁਹਾਨੂੰ ਸੱਦਣਾ ਚਾਹੀਦਾ। ਪਰ ਉੱਥੇ ਜਾਣ ਤੋਂ ਪਹਿਲਾਂ ਤੁਸੀਂ ਲੋਕ ਇਹ ਦੱਸੋ ਕਿ ਤੁਸੀਂ ਗੁਰਬਾਣੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਤੇ ਬਾਅਦ ਚੋਂ ਮੰਗ ਲੈਣ ਬਾਦਲ, ਕਿ ਬਾਣੀ ਨੂੰ ਕਦੋਂ ਰਿਹਾ ਕਰੋਗੇ ਜਿਹੜੀ ਗੁਰਬਾਣੀ ਦੇ ਉੱਤੇ ਤੁਸੀਂ ਕਬਜ਼ਾ ਕੀਤਾ ਆ। 328 ਸਰੂਪ ਜਿਹੜੇ ਤੁਹਾਡੀ ਦੇਖ ਰੇਖ ਦੇ ਵਿੱਚ ਚੋਰੀ ਹੋਏ ਤੇ ਲੋਕਾਂ ਨੂੰ ਦਿੱਤੇ ਗਏ, ਉਹ ਪਤਾ ਨਹੀਂ ਕਿਹੜੇ ਲੋਕਾਂ ਕੋਲ ਨੇ, ਕਦੋਂ ਘਟਨਾਵਾਂ ਫਿਰ ਵਾਪਰ ਸਕਦੀਆਂ ਨੇ। ਉਹ ਜਿਹੜੇ ਸਰੂਪ ਨੇ ਉਹ ਕਦੋਂ ਰਿਹਾ ਕਰੋਗੇ? ਤੁਸੀਂ ਪਹਿਲਾਂ ਇਹਨਾਂ ਗੱਲਾਂ ਦੇ ਉੱਤੇ ਤੇ ਆਓ। ਦੂਜੇ ਪਾਸੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕਿਹੜੇ ਮੂੰਹ ਨਾਲ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਹੋ ਬਾਦਲੋ? ਕਈ ਨਜਾਇਜ਼ ਲੋਕ ਪੁਲਿਸ ਵੱਲੋਂ ਮਾਰੇ ਗਏ, ਤੁਹਾਡੀ ਸਰਕਾਰ ਵੱਲੋਂ ਉਹਨਾਂ ਦੇ ਕੇਸ ਵੀ ਲੜੇ ਗਏ। ਤੁਹਾਡੇ ਮੱਤੇਵਾਲ ਸਾਹਿਬ ਐਡਵੋਕੇਟ ਜਨਰਲ ਹੁੰਦੇ ਸੀਗੇ, ਉਹ ਵੀ ਉਹਨਾਂ ਦੇ ਕੇਸ ਲੜਦੇ ਰਹੇ। ਅੱਗੇ ਆ ਜਾਓ, ਸਾਰ ਸਤਨਾਮ ਸਿੰਘ ਕਲੇਰ ਜਿਹੜੇ ਪੁਲਿਸ ਦੇ ਪੱਕੇ ਵਕੀਲ ਹੁੰਦੇ ਸੀਗੇ, ਉਹਨਾਂ ਨੂੰ ਤੇ ਤੁਸੀਂ ਸਿੱਖ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਲਾ ਦਿੱਤਾ। ਤੁਸੀਂ ਕਿਹੜੇ ਮੂੰਹ ਨਾਲ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਹੋ? ਕੀ ਤੁਹਾਨੂੰ ਲੱਗਦਾ ਵੀ ਤੁਹਾਡੀ ਇਹ ਮੰਗ ਵਾਜਬ ਹੈ? ਕਈ SGPC ਮੁਲਾਜ਼ਮ ਮਰ ਗਏ ਸੀਗੇ ਉਸ ਦੌਰ ਦੇ ਵਿੱਚ, ਜਿਨ੍ਹਾਂ ਦੇ ਕੇਸ ਬਤੌਰ ਸਰਕਾਰ ਦੇ ਵਿੱਚ ਹੁੰਦਿਆ ਤੁਸੀਂ ਲੜਦੇ ਰਹੇ ਪੁਲਿਸ ਵਾਲਿਆਂ ਦੇ। ਅੱਜ ਤੁਸੀਂ ਮਾਲੀ ਮਦਦ ਦੇਣ ਦੀਆਂ ਗੱਲਾਂ ਕਰਦੇ ਹੋ। ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਨੇ, ਕੀ 25-30 ਸਾਲ ਤੋਂ 84 ਤੋਂ ਬਾਅਦ ਤੁਹਾਨੂੰ ਕਦੀ ਯਾਦ ਨਹੀਂ ਆਇਆ ਵੀ ਉਹਨਾਂ ਦੀ ਮਾਲੀ ਮਦਦ ਦੇਣੀ ਚਾਹੀਦੀ ਹੈ? ਅੱਜ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਦਰਕਿਨਾਰ ਕਰ ਦਿੱਤਾ, ਤੁਹਾਨੂੰ ਪਰੇ ਸੁੱਟ ਦਿੱਤਾ ਗਿਆ, ਤੁਹਾਨੂੰ ਕੋਈ ਮੂੰਹ ਲਾਉਣ ਨੂੰ ਤਿਆਰ ਨਹੀਂ ਸੀਗੇ। ਅੱਜ ਤੇ ਤੁਸੀਂ ਬੰਦੀ ਸਿੰਘਾਂ ਦੇ ਨਾਂ ਦੇ ਉੱਤੇ ਇਲੈਕਸ਼ਨਾਂ ਵੀ ਲੜਨ ਲਈ ਤਿਆਰ ਸੀਗੇ। ਉਹਨਾਂ ਨੂੰ ਤੁਸੀਂ ਜਿਹੜਾ ਰਸਦ ਵੀ ਦੇਣ ਨੂੰ ਤਿਆਰ ਹੋਏ, ਜਿਹੜਾ ਉਹਨਾਂ ਨੂੰ ਮੁਆਵਜ਼ਾ ਭੱਤਾ ਦੇਣ ਲਈ ਤਿਆਰ ਹੋਏ। ਇਹ ਪਹਿਲਾਂ ਤੁਹਾਡੇ ਗੱਲ ਦੇ ਵਿੱਚ, ਦਿਮਾਗ ਦੇ ਵਿੱਚ ਕਦੀ ਇਹ ਗੱਲਾਂ ਨਹੀਂ ਆਈਆਂ? ਜਦੋਂ ਬੰਦੀ ਸਿੰਘ ਅੱਜ ਦੇ ਨਹੀਂ ਹੈਗੇ ਜੇਲ੍ਹਾਂ ਦੇ ਵਿੱਚ, ਜਦੋਂ ਤੁਹਾਡੀ ਪੰਜਾਬ 'ਚ ਸਰਕਾਰ ਰਹੀ, ਤੁਹਾਡੇ ਮਨਮੋਹਨ ਸਿੰਘ ਹੋਣਾ ਨਾਲ ਵੀ ਬਹੁਤ ਸੁਖਾਵੇਂ ਸੰਬੰਧ ਰਹੇ, ਘੜੀ ਮੁੜੀ ਬੁੱਕੇ ਲੈ ਕੇ ਜਾਂਦੇ ਸੀ ਉਹਨਾਂ ਕੋਲ। ਉਸ ਤੋਂ ਅੱਗੇ ਆ ਜਾਓ, BJP ਦੇ ਨਾਲ ਤੁਹਾਡੀ ਸਰਕਾਰ ਰਹੀ, ਦੋਵਾਂ ਕੇਂਦਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਸਰਕਾਰ ਜਿਹੜੀ ਰਹੀ ਆ ਤੁਹਾਡੀ ਰਲ ਕੇ। ਉਦੋਂ ਤੇ ਤੁਸੀਂ ਕਦੀ ਇਹ ਮੰਗ ਨਾ ਕੀਤੀ ਵੀ ਬੰਦੀ ਸਿੰਘ ਰਿਹਾ ਕੀਤੇ ਜਾਣ, ਉਦੋਂ ਤੇ ਤੁਸੀਂ ਕੋਈ ਉਹਨਾਂ ਲਈ ਉਪਰਾਲਾ ਨਹੀਂ ਕੀਤਾ। ਸੋ ਤੁਹਾਡੀ ਤੇ ਉਹ ਹਾਲਤ ਆ ਵੀ ਤੁਹਾਡੇ ਵਰਗੇ ਕਿਤੇ ਨੰਗੇ ਵੀ ਫੜੇ ਜਾਣ ਨਾ ਤੇ ਉਹ ਬਸ਼ਰਮ ਏਡੇ ਵੀ ਅੱਗੋਂ ਕਹਿਣਗੇ ਵੀ ਅਸੀਂ ਤੇ ਧੁੱਪ ਸੇਕਣ ਡਏ ਹਾਂ। ਸੋ ਹੱਦ ਹੁੰਦੀ ਹੈ, ਜਾ ਕੇ ਪਹਿਲਾਂ ਉੱਥੇ ਜਾਓ, ਤੁਹਾਡਾ ਪੂਰਾ ਸਵਾਗਤ ਵੀ ਕੀਤਾ ਜਾਵੇ, ਅਸੀਂ ਲੋਕ ਵੀ ਤੁਹਾਡੀ ਸਿਫਤ ਕਰਾਂਗੇ। ਪਹਿਲਾਂ ਗੁਰਬਾਣੀ ਤੇ ਰਿਹਾ ਕਰ ਲਓ ਇੱਥੋਂ, ਜਿਹਦੇ ਬਾਰੇ ਹਮੇਸ਼ਾ ਹੀ ਰੌਲਾ ਪੈਂਦਾ ਰਹਿੰਦਾ ਕਿ ਸਿਰਫ ਤੁਹਾਡੇ ਚੈਨਲ ਦੇ ਉੱਤੇ ਵਿਖਾਈ ਜਾ ਰਹੀ ਹੈ। ਅੱਗੇ ਮੈਂ ਗੱਲ ਕਰਨ ਲੱਗਾ, ਜਿਹੜੇ ਲੋਕ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰ ਰਹੇ ਆ,
ਜਿਨ੍ਹਾਂ ਦੇ ਵਿੱਚ ਸਾਰ ਰਵਨੀਤ ਸਿੰਘ ਬਿੱਟੂ ਨੇ। ਮੈਂ ਉਹਨਾਂ ਨੂੰ ਕੋਈ ਲਫ਼ਜ਼ ਮਾੜੇ ਉਹਨਾਂ ਦੇ ਦਿਲ ਦਿਖਾਉਣ ਵਾਲੇ ਨਹੀਂ ਬੋਲਣੇ ਚਾਹੁੰਦਾ। ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਦਾਦਾ ਜੀ ਦੀ ਮੌਤ ਦਾ ਦੁੱਖ ਹੈ, ਤੁਹਾਡੇ ਪਰਿਵਾਰਕ ਮੈਂਬਰ ਗਏ ਨੇ, ਤੁਹਾਡਾ ਉਹਨਾਂ ਨਾਲ ਬਹੁਤ ਪਿਆਰ ਹੋਊਗਾ, ਤੁਹਾਨੂੰ ਹਮੇਸ਼ਾ ਹੀ ਉਹ ਦੁੱਖ ਜਿਹੜਾ ਖਲਦਾ ਰਹਿੰਦਾ ਤੁਹਾਡੇ ਦਾਦਾ ਜੀ ਦਾ। ਪਰ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਤੁਹਾਡੇ ਦਾਦਾ ਜੀ ਦੇ ਜਾਣ ਨਾਲ, ਇਹ ਹਾਦਸਾ ਵਾਪਰਨ ਨਾਲ ਤੁਹਾਡੇ ਦਾਦਾ ਜੀ ਨੂੰ ਚਾਹਣ ਵਾਲਿਆਂ ਦੀ ਗਿਣਤੀ ਵੀ ਬਹੁਤ ਸੀਗੀ। ਤੁਹਾਡੇ ਦਾਦਾ ਜੀ ਕਰਕੇ ਸੰਵਿਧਾਨ ਨੇ, ਲੋਕਾਂ ਦੀ ਹਮਦਰਦੀ ਨੇ ਤੁਹਾਡੇ ਤਾਇਆ ਜੀ ਨੂੰ ਮੰਤਰੀ ਬਣਾਇਆ, ਤੁਹਾਡੇ ਭੂਆ ਜੀ ਨੂੰ ਮੰਤਰੀ ਬਣਾਇਆ, ਤੁਹਾਡੇ ਦਾਦੀ ਜੀ ਨੂੰ ਕੈਬਨਿਟ ਦਾ ਰੈਂਕ ਦਿੱਤਾ ਗਿਆ, ਤੁਹਾਡਾ ਭਰਾ ਐਮਐਲਏ ਬਣਿਆ, ਇੱਕ ਭਰਾ ਤੁਹਾਡਾ ਪੀਪੀਐਸ ਡੀਐਸਪੀ ਕੇ ਐਸਪੀ ਹੈ, ਤੁਸੀਂ ਕਈ ਵਾਰੀ ਐਮਪੀ ਬਣੇ, ਹੋਰ ਵੀ ਬਹੁਤ ਸਾਰੇ ਲੋਕਾਂ ਦਾ ਘਾਣ ਹੋਇਆ ਸੀ, ਨੁਕਸਾਨ ਹੋਇਆ ਸੀਗਾ। ਇੰਨਾ ਮਾਣ ਸਤਿਕਾਰ ਤੇ ਸ਼ੋਹਰਤ ਤੁਹਾਡੇ ਪਰਿਵਾਰ ਬਗੈਰ ਕਿਸੇ ਨੂੰ ਵੀ ਨਹੀਂ ਦਿੱਤੀ ਗਈ। ਤੁਹਾਨੂੰ ਵੱਡਾ ਦਿਲ ਜਿਹੜਾ ਉਹ ਵਿਖਾਉਣਾ ਚਾਹੀਦਾ ਵਾ। ਸੰਵਿਧਾਨ ਦੇ ਅਨੁਸਾਰ ਉਹ ਸਜ਼ਾਵਾਂ ਭੁਗਤ ਚੁੱਕੇ ਨੇ, ਸੋ ਤੁਹਾਨੂੰ ਵੀ ਉਹਨਾਂ ਦੀ ਰਿਹਾਈ ਲਈ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਰਾਹੁਲ ਮੇਰਾ ਗੁਰੂ ਹੈ, ਰਾਹੁਲ ਨੇ ਮੈਨੂੰ ਪੱਗ ਬੰਨਣੀ ਸਿਖਾਈ, ਰਾਹੁਲ ਨੇ ਮੈਨੂੰ ਪੱਗ ਬੰਨਣ ਦੀ ਨਸੀਹਤ ਦਿੱਤੀ। ਫਿਰ ਤੁਹਾਡੇ ਗੁਰੂ ਨੇ ਤੇ ਆਪਣੇ ਬਾਪ ਦੇ ਕਾਤਲਾਂ ਨੂੰ ਮਾਫ ਕਰ ਦਿੱਤਾ ਸੀਗਾ, ਤੁਸੀਂ ਵੀ ਉਸ ਲੀਹ ਦੇ ਉੱਤੇ ਚੱਲੋ। ਅੱਗੇ ਆ ਜਾਓ, ਕਾਂਗਰਸ ਦੇ ਬਾਨੀ ਜਿਨ੍ਹਾਂ ਦਾ ਨਾਂ ਵਰਤ ਕੇ 70 ਸਾਲ ਕਾਂਗਰਸ ਨੇ ਦੇਸ਼ ਦੇ ਉੱਤੇ ਰਾਜ ਕੀਤਾ, ਮਹਾਤਮਾ ਗਾਂਧੀ, ਉਹਨਾਂ ਨੂੰ ਨੱਥੂ ਰਾਮ ਗੋਡਸੇ ਨੇ ਗੋਲੀਆਂ ਮਾਰੀਆਂ ਸੀਗੀਆਂ। ਨੱਥੂ ਰਾਮ ਗੋਡਸੇ ਤੇ ਨਰਾਇਣ ਆਪਟੇ ਨੂੰ 15 ਨਵੰਬਰ 1949 ਨੂੰ ਫਾਂਸੀ ਦਿੱਤੀ ਗਈ ਸੀਗੀ। ਪਰ ਫਾਂਸੀ ਤੋਂ ਪਹਿਲਾਂ ਮਹਾਤਮਾ ਗਾਂਧੀ ਦੇ 2 ਬੇਟਿਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੇ ਜਿਹੜੇ ਡਿਪਟੀ ਪ੍ਰਾਈਮ ਮਿਨਿਸਟਰ ਸੀਗੇ ਵੱਲਭ ਭਾਈ ਪਟੇਲ, ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਸੀਗੀ ਕਿ ਇਹਨਾਂ ਨੂੰ ਮਾਫ ਕਰ ਦਿੱਤਾ ਜਾਵੇ। ਸਾਡੇ ਦਾਦਾ ਜੀ ਇਹਨਾਂ ਲੀਹਾਂ ਦੇ ਉੱਤੇ ਨਹੀਂ ਸੀ ਚੱਲਦੇ, ਇਹ ਉਹਨਾਂ ਦੀ ਵਿਚਾਰਧਾਰਾ ਨਹੀਂ ਸੀ। ਸੋ ਤੁਸੀਂ ਉਹਨਾਂ ਨੂੰ ਹੀ ਆਪਣਾ ਆਈਡਲ ਮੰਨ ਲਓ। ਸੋ ਤੁਹਾਨੂੰ ਵੀ ਚਾਹੀਦਾ ਕਿ ਇਹਨਾਂ ਦੀ ਰਿਹਾਈ ਲਈ ਕਹਿਣਾ ਕਿ ਜਿੰਨੀਆਂ ਵੱਡੀਆਂ ਉਹ ਜਿੰਨੇ ਲੰਮੇ ਸਮੇਂ ਤੋਂ ਸਜ਼ਾਵਾਂ ਉਹ ਭੁਗਤ ਚੁੱਕੇ ਨੇ, ਕੱਲਾ ਉਹਨਾਂ ਨੂੰ ਨਾ ਵੇਖੋ, ਉਹਨਾਂ ਦੇ ਪਰਿਵਾਰ ਵੇਖੋ, ਉਹਨਾਂ ਦੇ ਮਾਂ-ਬਾਪ, ਉਹਨਾਂ ਦੇ ਭੈਣ ਭਰਾ, ਹੋਰ ਨਜ਼ਦੀਕੀ ਰਿਸ਼ਤੇਦਾਰ ਵੇਖੋ, ਉਹਨਾਂ ਦੇ ਉੱਤੇ ਕੀ ਬੀਤਦੀ ਹੋਊਗੀ। ਸੋ ਬਿੱਟੂ ਜੀ, ਮੈਂ ਤੁਹਾਨੂੰ ਇਹ 2 ਲੈਣਾ ਜ਼ਰੂਰ ਕਹਿਣੀਆਂ ਚਾਹੁੰਦਾ कि जीतने का ये हुनर भी आजमाना चाहिए, भाइयों से जंग हो तो हार जाना चाहिए। मैं कुछ मिसालां देण लगा बिट्टू जी तुहानू। जर्मनी दे विच 12 जाने एक घर दे मर गए। लिली हैंडमैन ने उन्हां नू माफ कर दिता। एक परिवार दे 12 जी मरे ते उन्हां ने उन्हां दी सज़ा माफ कर दित्ती। न्यूजीलैंड दे विच मस्जिद दे उत्ते अटैक, हरमंदर साहब ते अटैक होया ते पंजाबी अज तक नहीं भुलदे। मस्जिद दे उत्ते अटैक कीता, ब्रेंटन नां दे बंदे ने, उन्हूं सज़ा नहीं दित्ती गई, उन्हूं रीहैब सेंटर दे विच भेजिया गया कि इहदी मनोदशा ठीक कीती जावे। अगे आ जाओ, आ सारी दुनिया नूं पता कि जमाल खगोशी पत्रकार होए, उन्हां दा कतल हो गया सऊदी अरब दे विच, जिथे कतल दा बदला कतल है, मौत दा बदला मौत है। उन्हां दे मुंडे ने कातलां नूं माफ कर दिता। नंबर 4 शिकागो दे विच एक मां ने कुड़ी दे कातलां नूं 10 साल बाद माफ कर दिता। मतलब ओहदा नाम सीगा डायना, मैनूं नाम दा जैनी ते डायना, उन्हां नूं माफ कर दिता। ओदी बच्ची दा कतल किया गया। अगे आओ, इंडिया दी मिसाल ले लो, तुहाडी पार्टी दी मिसाल देण लगा कि जैसिका लाल दी भैण सबरीना लाल, ओने तुहाडे कांग्रेसी मंत्री विनोद शर्मा दे बेटे मनु शर्मा नूं 12 सालां बाद माफ कर दिता। अगे आओ, डोरी, उन्हें अपने बेटे दे कातलां नूं माफ किया। नैटफ्लिक्स ते एक फिल्म हैगी है आई एम ए किलर, उन्होंने तुसीं देख सकते हो। नंबर 7 अवध दे सुलेमान ने 2017 दे विच अपने मुंडे दे कातलां नूं माफ कर दिता सुलेमान ने। सो वड्डा दिल विखाओ, तुहाडे कल्लियां नाल हादसा नहीं वापरिया। इस तो बाद मैं बेनती करनी चाहना देश के प्रधानमंत्री नरेंद्र मोदी जी नूं, मैं कभी भी बगानिया सेवाओं के उत्ते हथ नहीं सेके कि मैं मोदी साहब के बारे पुट्ठा सीधा बोलां ते पंजाब च सारी दुनिया नूं पता कि मैनूं बहुत TRP मिलूगी। पर मैं बंदी सिंघां दे विच कोई अड़चन नहीं आउण देनी चाहुंदा। जिन्हां लोकां ने अपणियां सजावां भुगत लईआं ने, उन्हां दा काम मैं होर खराब नहीं करना चाहुंदा। सो मेरी बेनती है देश के प्रधानमंत्री नरेंद्र मोदी होणां नूं कि देश प्रति तुसीं कुछ भी सोचदे हो, तुहाडी नीत दे उत्ते नीति दे उत्ते कोई शंका नहीं, पर पंजाब दे विच तुहाडे मन दे अंदर किते ना किते गुस्सा है, जिहड़ा गाए बगाए तुसीं कड्ढण दीआं कोशिशां करदे हो। तुहाडी टीम भी वो गुस्सा कढदी रहिंदी है। पिछले दिनी तुहाडी टीम दे मैंबर जिहड़े गवर्नर ने पंजाब दे, उन्हां पंजाब दे विच आके एक बयान दिता कि पंजाब च नशा करियाने वालीआं दुकानां ते मिलदा। मेरे घर लागे 5 7 10 दुकानां ने, मैनूं इह दस्सिआ जावे भी किहड़ा नशा उत्थे मिलदा, किहड़ियां दुकानां दे उत्ते मिलदा। कल्ला पंजाब नूं बदनाम ते बर्बाद ना कीता जावे। मैं जिहड़े पंजाब दे गवर्नर ने उन्हां नूं कहना चाहुंदा कि पंजाब तुहानूं पता की पुछदा कि इतना चुभने लगा हूं सबको छुरा तो नहीं हूं।
जानी तुम जितना बताते हो मेरे बारे में उतना बुरा तो नहीं हूं। पंजाब नूं नैशनल लैवल दे उत्ते इंटरनेशनल पद्धर दे उत्ते बदनाम ते बर्बाद किया जा रहा। नशे दे इल्जाम ला के फरौतियां, गुंडागर्दी, करप्शन, बीमारियां, गैर सुरक्षिता, अनपढ़ता, ये सारा डर दा जिहड़ा माहौल बनाया जा रहा। ਇਹਦੇ ਕਾਰਨ ਲੱਭਣ ਦੀ ਲੋੜ है। पंजाब तबाह हो रहा, कोई ना कोई साजिश ते दे पिछे काम कर ही रही है ना, कोई ना कोई गुस्सा ते पंजाब लई कढ़िया ही जा रहा है ना। इन्हां सारियां चीज़ां दे उत्ते इस साजिश तो पर्दा चुकण दी लोड़ है। पंजाब दे प्रति सुहिरदता दिखाउण दी लोड़ है। पंजाब दी हालत पता की है कि मैं साजिशों में घिरा एक यतीम शहजादा, कोई छुपा हुआ खंजर मेरी तलाश में है। पता नहीं कित्थों कित्थों सानू खंजर वजणे ने। मोदी साहब आपां रीसां ते करदे आ बाहरले मुल्कां दियां भी बाहरले मुल्कां 'ਚ तुसीं बहुत ज़्यादा घुंमदे हो, बहुत ज़्यादा जांदे हो, उन्हां दी तर्ज दे उत्ते आपां काम क्यों नहीं करदे। जे मैं बिट्टू नूं उदाहरणां दित्तियां ते 5-4 उदाहरणां मैं तुहानूं भी देणीਆਂ चाहुंदा कि US दा एक केस है, रिक्की जैक्सन, रॉनी ते विल्ली, ਉਹਨਾਂ ਨੂੰ ਕਈ ਸਾਲ ਜਿਹੜੀ ਸਜ਼ਾ ਉਹ ਗਲਤ ਭੁਗਤਣੀ ਪਈ ਤੇ ਸੈਵਰਲ ਮਿਲੀਅਨ ਉਹਨਾਂ ਨੂੰ ਡਾਲਰ ਜਿਹੜੇ ਅਦਾ ਕੀਤੇ ਗਏ, ਨਾਲ ਉਹਨਾਂ ਨੂੰ ਜੇਲ੍ਹ ਤੋਂ ਰਿਹਾ ਕੀਤਾ ਗਿਆ। ਨੰਬਰ ਤੋਂ US ਦੇ ਵਿੱਚ US ਦੀ ਇੱਕ ਹਿਸਟਰੀ ਹੈ, ਉਹ ਕੇਸ ਹਿਸਟਰੀ ਹੈ ਕਿ ਹੈਨਰੀ ਤੇ ਬਰਾਊਨ 1983 ਦੇ ਵਿੱਚ ਉਹਨਾਂ ਨੂੰ ਮਰਡਰ ਤੇ ਰੇਪ ਦੇ ਵਿੱਚ ਸਜ਼ਾ ਹੁੰਦੀ ਹੈ, ਉਹਨਾਂ ਨੂੰ ਦੋਹਰੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਇੱਕ ਕੇਸ ਦੇ ਵਿੱਚ। ਔਰ ਸੋਚੋਗੇ ਉਹਨਾਂ ਨੂੰ 75 ਮਿਲੀਅਨ ਜਿਹੜੇ ਡਾਲਰ ਦੇ ਕੇ ਰਿਹਾ ਕੀਤਾ ਗਿਆ। 7 ਕਰੋੜ 50 ਲੱਖ ਡਾਲਰ ਜਿਹੜੇ ਇੰਡੀਅਨ ਬਣ ਜਾਂਦੇ ਨੇ, ਡਾਲਰ ਇੰਡੀਆ ਦੇ ਹਿਸਾਬ ਨਾਲ 7 ਕਰੋੜ 50 ਲੱਖ ਡਾਲਰ ਇਹਨਾਂ ਨੂੰ 80-90 ਨਾਲ ਗੁਣਾ ਕਰ ਲਓ, ਕਿੰਨੀ ਭਾਰੀ ਅਮਾਉਂਟ ਜਿਹੜੀ ਦੇ ਕੇ ਉਹਨਾਂ ਨੂੰ ਰਿਹਾ ਕੀਤਾ ਗਿਆ। ਅੱਗੇ ਆਓ ਕੈਲੀਫੋਰਨੀਆ ਦੇ ਵਿੱਚ, ਉੱਥੇ ਵੀ ਤੁਸੀਂ ਕਈ ਵਾਰੀ ਗਏ ਹੋ। 39 ਸਾਲ ਜਿੰਨੀ ਸਜ਼ਾ ਇਹਨਾਂ ਲੋਕਾਂ ਨੇ ਭੁਗਤ ਲਈ। 39 ਸਾਲ ਇੱਕ ਬੰਦੇ ਨੇ ਸਜ਼ਾ ਭੁਗਤੀ ਆਪਣੀ ਗਰਲਫ੍ਰੈਂਡ ਤੇ ਉਹਦੇ ਮੁੰਡੇ ਦੇ ਕਤਲ ਦੇ ਕੇਸ ਦੇ ਵਿੱਚ। 1978 ਤੋਂ ਬਾਅਦ 2014 ਦੇ ਵਿੱਚ ਮਿਸਟਰ ਕੌਲੇ ਉਹਦਾ ਨਾਂ ਹੈ, 21 ਮਿਲੀਅਨ ਡਾਲਰ ਉਹਨੂੰ ਜਿਹੜੇ ਦੇ ਕੇ ਰਿਹਾ ਕੀਤਾ ਗਿਆ। ਇਹਨਾਂ ਬੰਦਿਆਂ ਨੇ ਤੇ 20 ਸਾਲ ਤੋਂ ਉੱਪਰ ਗਲਤ ਜਿਹੜੀ ਸਜ਼ਾ ਭੁਗਤ ਲਈ ਆ। ਮੁਆਵਜ਼ਾ ਤੇ ਦੂਰ ਇਹਨਾਂ ਨੂੰ ਰਿਹਾਈ ਕਰ ਦਿਓ, ਇਸ ਪਾਸੇ ਧਿਆਨ ਤੇ ਦਿਓ। ਇੱਕ ਪਾਸੇ ਸਾਡੇ ਦੇਸ਼ ਦੇ ਵਿੱਚ ਆ ਖੋਲ ਕੇ ਦੇਖ ਲਓ, ਇੰਟਰਨੈਟ ਦੇ ਉੱਤੇ ਕਿਤਾਬ ਪੜ੍ਹ ਕੇ ਦੇਖ ਲਓ, ਬਾਜ ਨੂੰ ਕੈਦ ਕਰਨ ਦੇ ਉੱਤੇ ਮਨਾਹੀ ਹੈ। ਕੱਛੂ ਕੁੰਮਾ ਕੈਦ ਨਹੀਂ ਕਰ ਸਕਦੇ, ਤੋਤਾ ਕੈਦ ਨਹੀਂ ਕਰ ਸਕਦੇ, ਬਤਖ ਨਹੀਂ ਰੱਖ ਸਕਦੇ, ਜਾਨਵਰ ਕੈਦ ਨਹੀਂ ਕਰ ਸਕਦੇ। ਕੁੱਤਾ ਵੀ ਕਿਸੇ ਨੇ ਰੱਖਣਾ ਤੇ ਉਹਦਾ ਲਾਇਸੈਂਸ ਲੈਣਾ ਪੈਂਦਾ ਕਿ ਪਰਿਵਾਰਕ ਮੈਂਬਰ ਦੇ ਤੌਰ ਦੇ ਉੱਤੇ ਰਹੂਗਾ, ਤੇ ਉਹਨਾਂ ਨੂੰ ਕੈਦ ਕਰਨ ਤੇ ਮਨਾਹੀ ਹੈ। ਤੇ ਜੀਂਦੇ ਜਾਗਦੇ ਇਨਸਾਨ 40-40 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹਨਾਂ ਬਾਰੇ ਆਪਾਂ ਇਹ ਭਵਿੱਖਬਾਣੀ ਕਰ ਦਈਏ ਕਿ ਬਾਹਰ ਆ ਕੇ ਗਲਤ ਕਰਨਗੇ, ਉਹਨਾਂ ਦੇ ਉੱਤੇ ਨਿਗਰਾਨੀ ਬਿਠਾ ਲਓ, ਉਹਨਾਂ ਦੇ ਉੱਤੇ ਤੁਹਾਡੀਆਂ ਏਜੰਸੀਆਂ ਕੰਮ ਕਰ ਲੈਣ ਕਿ ਬਾਹਰ ਆ ਕੇ ਉਹਨਾਂ ਦੀ ਮਨੋਦਸ਼ਾ ਬਦਲੀ ਹੈ ਕਿ ਨਹੀਂ ਬਦਲੀ, ਫਿਰ ਉਹਦੇ ਉੱਤੇ ਕੋਈ ਆਪਣੀ ਰਿਪੋਰਟ ਜਾਰੀ ਕਰੋ। ਅੰਦਰ 40-40 ਸਾਲ ਤੋਂ ਬੈਠੇ ਨੇ ਔਰ ਉਹਨਾਂ ਦੇ ਬਾਰੇ ਇਹ ਧਾਰਨਾ ਬਣਾ ਲਈਏ ਕਿ ਇਹ ਅੰਦਰ ਹੀ ਰਹਿਣ। ਸੋ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਦੇ ਇਹ ਮੁੱਦੇ ਨੇ ਜਿਹੜੇ ਹੱਲ ਕਰਨ ਵਾਲੇ ਨੇ, ਜਿਹੜੇ ਪੰਜਾਬੀਆਂ ਦੇ ਨਾਲ ਜੁੜੇ ਨੇ। ਜੇ ਸੱਚ 'ਚ ਤੁਸੀਂ ਪੰਜਾਬ ਦੇ ਪ੍ਰਤੀ ਸੁਹਿਰਦਤਾ ਦਿਖਾਉਣਾ ਚਾਹੁੰਦੇ ਹੋ, ਜੇ ਪੰਜਾਬ ਦੇ ਪ੍ਰਤੀ ਤੁਹਾਡਾ ਇਸ਼ਕ, ਤੁਹਾਡਾ ਤੇ ਹੈ, ਜਿਵੇਂ ਤੁਸੀਂ ਦਿਖਾਉਂਦੇ ਹੋ, ਕਈ ਸਿੱਖ ਵਫਦ ਉੱਥੇ ਸਾਦੇ ਹੋ, ਕਈਆਂ ਨੂੰ ਮਿਲਦੇ ਹੋ, ਕਈ ਵਾਰੀ ਤੁਸੀਂ ਕੀਰਤਨ ਦਰਬਾਰ ਦੇ ਵਿੱਚ ਸ਼ਾਮਲ ਹੋਏ, ਕਈ ਵਾਰੀ ਗੁਰਦੁਆਰਿਆਂ ਦੇ ਵਿੱਚ ਜਾਂਦੇ ਹੋ, ਜੇ ਸਹੀ ਮਾਇਨੇ ਦੇ ਵਿੱਚ ਤੁਹਾਡੀ ਪੰਜਾਬ ਪ੍ਰਤੀ ਸੁਹਿਰਦਤਾ ਹੈ ਤੇ ਪੰਜਾਬ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਦਿਓ। ਪੰਜਾਬ ਨੂੰ ਬਰਬਾਦੀ ਤੋਂ ਤੇ ਬਦਨਾਮੀ ਤੋਂ ਬਚਾਓ। ਪੰਜਾਬ ਨੂੰ ਖਤਰਾ ਇਹਨਾਂ ਜੇਲ੍ਹ 'ਚ ਬੰਦ ਲੋਕਾਂ ਤੋਂ ਨਹੀਂ ਹੈ, ਪੰਜਾਬ ਨੂੰ ਖਤਰਾ ਬੇਰੁਜ਼ਗਾਰੀ ਤੋਂ ਹੈ, ਜਿਹਦੇ ਕਰਕੇ ਨਸ਼ਾ ਫੈਲ ਰਿਹਾ, ਜਿਹਦੇ ਕਰਕੇ ਕ੍ਰਾਈਮ ਵੱਧ ਰਿਹਾ, ਜਿਹਦੇ ਕਰਕੇ ਭੁੱਖਮਰੀ ਵੱਧ ਰਹੀ ਹੈ। ਲੋਕ ਇੱਕ ਦੂਜੇ ਦਾ ਸਮਾਨ ਖੋਹਣ ਨੂੰ ਤਿਆਰ ਹੋ ਜਾਣਗੇ। ਪੰਜਾਬ ਨੂੰ ਰੁਜ਼ਗਾਰ ਦੇਣਾ ਚਾਹੀਦਾ। ਥੋੜੇ ਦਿਨਾਂ ਦੇ ਵਿੱਚ ਮੈਂ ਬਾਰਡਰ ਤੇ ਜਾ ਕੇ ਵੀ ਬੋਲੂੰਗਾ ਕਿ ਜਿਹੜੀ ਪੰਜਾਬ ਨੂੰ ਉਪਲਬਧੀ ਦਿੱਤੀ ਜਾ ਸਕਦੀ ਹੈ, ਪੰਜਾਬ ਨੂੰ ਖੁਸ਼ਹਾਲ ਕੀਤਾ ਜਾ ਸਕਦਾ, ਉਹਨਾਂ ਚੀਜ਼ਾਂ ਦੇ ਉੱਤੇ ਫੋਕਸ ਕਰੋ। ਤੁਸੀਂ ਇੱਕ ਕਦਮ, ਗੁੱਸਾ ਤੁਹਾਡੇ ਮਨ 'ਚ ਕਿਸਾਨ ਅੰਦੋਲਨ ਦਾ ਵੀ ਹੋਊਗਾ, ਜੋ ਤੁਹਾਡੇ ਨਾਲ ਬਠਿੰਡੇ ਹੋਇਆ ਉਹ ਵੀ ਹੋਊਗਾ, ਪਰ ਤੁਸੀਂ ਉਹ ਬਠਿੰਡੇ ਵਾਲਾ ਗੁੱਸਾ ਸਾਡੇ ਸਾਰੇ ਪੰਜਾਬੀਆਂ ਤੇ ਨਾ ਕੱਢੋ। ਪੰਜਾਬੀ ਬਰਬਾਦ ਹੋ ਰਿਹਾ, ਉਹਦੇ ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਕ੍ਰਿਸਚਨ ਹੈ, ਸਭ ਦੀ ਹਾਲਤ ਜਿਹੜੀ ਉਹ ਵਿਗੜ ਰਹੀ ਹੈ। ਕੋਈ ਇੱਥੇ ਕਾਰੋਬਾਰ ਨਹੀਂ ਬਚ ਰਿਹਾ। ਇੱਕ ਕਦਮ ਨੀਤ ਨਾਲ ਤੁਸੀਂ ਪੰਜਾਬ ਵੱਲ ਵਧਾਓ, ਪੰਜਾਬੀ 100 ਕਦਮ ਤੁਹਾਡੇ ਵੱਲ ਵਧਾਉਣਗੇ, ਤੁਹਾਡੀ ਢਾਲ ਬਣ ਕੇ ਖਲੋਣਗੇ। ਸੋ ਇਹ ਜਾਇਜ਼ ਮੰਗ ਹੈ ਇਹਨਾਂ ਲੋਕਾਂ ਦੀ। ਜੇ ਤੁਸੀਂ ਵਾਕਈ ਤੁਹਾਨੂੰ ਇੰਟਰਨਲ ਰਿਪੋਰਟਸ ਆਉਂਦੀਆਂ ਨੇ ਤੇ ਬੰਦੇ ਰਿਹਾ ਹੋਣੇ ਚਾਹੀਦੇ ਨੇ। ਮੈਂ ਅਖੀਰ 'ਚ ਮੋਦੀ ਸਾਹਿਬ ਤੁਹਾਨੂੰ ਇਹ ਕਹਿ ਕੇ ਸਮਾਪਤੀ ਕਰਨ ਲੱਗਾ, ਵਾਕਈ ਜੇ ਪੰਜਾਬ ਪ੍ਰਤੀ ਤੁਹਾਡਾ ਤੇ ਹੈ ਜਾਂ ਤੁਸੀਂ ਨੇੜ ਕਰਦੇ ਹੋ ਤਾਂ उम्र बस एक यही सबक याद रखिए, इश्क और इबादत में नीयत साफ रखिए।